ਅਸੀਂ ਇੱਕ ਮੱਧ ਵਰਗੀ ਪਰਿਵਾਰ ਵਿੱਚੋਂ ਸੀ। ਮੇਰਾ ਵਿਆਹ ਵੀ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੀ ਹੋਇਆ। ਮੇਰੀ ਪਤਨੀ ਇੱਕ ਪੜ੍ਹੀ ਲਿਖੀ ਤੇ ਹੁਸ਼ਿਆਰ ਔਰਤ ਸੀ। ਮੇਰੇ ਵਿਆਹ ਨੂੰ 4 ਸਾਲ ਹੋ ਗਏ ਸੀ, ਪਰ ਸਾਡੇ ਕੋਈ ਬੱਚਾ ਨਹੀਂ ਸੀ। ਮੈਨੂੰ ਕਦੇ ਔਲਾਦ ਦੀ ਕਮੀ ਹੀ ਨਹੀਂ ਸੀ ਹੋਈ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਬਿਜ਼ੀ ਸੀ। ਮੈਂ 6 ਮਹੀਨੇ ਪਹਿਲਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਹ ਕਾਫੀ ਵਧੀਆ ਚੱਲਣ ਲੱਗ ਪਿਆ ਸੀ। ਪੈਸੇ ਕਾਫੀ ਜ਼ਿਆਦਾ ਆਉਣ ਲੱਗ ਗਏ। ਪੈਸਾ ਇੰਨਾ ਆਉਣ ਲੱਗਾ ਕਿ ਮੈਂ ਅੰਦਰ ਕਲੋਨੀ ਵਿੱਚੋਂ ਨਿਕਲ ਕੇ ਆਪਣਾ ਇੱਕ ਖੁਦ ਦਾ ਬੰਗਲਾ ਟਾਈਪ ਘਰ ਖਰੀਦ ਲਿਆ। ਹੁਣ ਅਸੀਂ ਹਾਈ ਕਲਾਸ ਸੁਸਾਇਟੀ ਦੇ ਵਿੱਚ ਰਹਿਣ ਲੱਗੇ ਤੇ ਇਹ ਸਭ ਮੇਰੀ ਪਤਨੀ ਦੀ ਵਜ੍ਹਾ ਨਾਲ ਹੀ ਹੋਇਆ ਸੀ, ਕਿਉਂਕਿ ਉਸ ਦੇ ਖਰਚੇ ਨਾ ਦੇ ਬਰਾਬਰ ਸੀ। ਮੈਂ ਜਦੋਂ ਵੀ ਉਸ ਨੂੰ ਕੋਈ ਪੈਸੇ ਖਰਚਣ ਲਈ ਦਿੰਦਾ ਤਾਂ ਉਹ ਖਰਚਣ ਦੀ ਬਜਾਏ ਜੋੜੀ ਜਾਂਦੀ, ਜਿਸ ਦੀ ਵਜ੍ਹਾ ਨਾਲ ਮੈਂ ਇੱਕ ਫੈਕਟਰੀ ਖੋਲ੍ਹ ਲਈ। ਹਰ ਮੁਸ਼ਕਿਲ ਵਿੱਚ ਮੇਰੀ ਪਤਨੀ ਮੇਰਾ ਸਾਥ ਦਿੰਦੀ, ਜਿਸ ਵਜ੍ਹਾ ਨਾਲ ਮੈਂ ਸਾਰੇ ਕੰਮ ਕਰ ਪਾਇਆ ਤੇ ਇੱਕ ਫੈਕਟਰੀ ਦਾ ਮਾਲਕ ਬਣ ਗਿਆ। ਮੈਂ ਇੱਕ ਵਧੀਆ ਸੁਸਾਇਟੀ ਵਿੱਚ ਵਧੀਆ ਬਿਜ਼ਨਸਮੈਨ ਬਣ ਗਿਆ। ਲੋਕ ਮੇਰੇ ਅੱਗੇ ਪਿੱਛੇ ਦੋਸਤੀ ਕਰਨ ਵਾਸਤੇ ਭੱਜੇ ਫਿਰਦੇ। ਇਸ ਵਜ੍ਹਾ ਕਰਕੇ ਮੇਰੇ ਅੰਦਰ ਥੋੜਾ ਘਮੰਡ ਵੀ ਆ ਗਿਆ। ਲੇਕਿਨ ਮੇਰੀ ਪਤਨੀ ਹਾਈ ਕਲਾਸ ਲੋਕਾਂ ਦੇ ਵਿੱਚ ਰਹਿ ਕੇ ਵੀ ਮਿਡਲ ਕਲਾਸ ਲੋਕਾਂ ਦੀ ਤਰ੍ਹਾਂ ਹੀ ਰਹਿੰਦੀ, ਇੱਕਦਮ ਸਧਾਰਨ ਔਰਤ ਦੀ ਤਰ੍ਹਾਂ। ਮੇਰੇ ਨਾਲ ਕਿਸੇ ਬਿਜ਼ਨਸ ਪਾਰਟੀ ਵਿੱਚ ਵੀ ਨਾ ਜਾਂਦੀ। ਉਸ ਨੂੰ ਇਹ ਸਭ ਬਿਲਕੁਲ ਵੀ ਪਸੰਦ ਨਹੀਂ ਸੀ। ਮੇਰੀ ਪਤਨੀ ਇੱਕ ਧਾਰਮਿਕ ਔਰਤ ਸੀ। ਉਹ ਆਪਣੀ ਪੂਜਾ ਪਾਠ ਵਿੱਚ ਵਿਅਸਤ ਰਹਿੰਦੀ ਤੇ ਇੱਧਰ ਮੈਂ ਕਾਫੀ ਬਿਜ਼ੀ ਹੋ ਗਿਆ ਸੀ। ਆਪਣੇ ਬਿਜ਼ਨਸ ਵਿੱਚ ਮੈਂ ਆਪਣੀ ਪਤਨੀ ਨੂੰ ਵੀ ਟਾਈਮ ਨਹੀਂ ਦੇ ਰਿਹਾ ਸੀ। ਹੁਣ ਤਾਂ ਮੈਂ ਕਦੇ-ਕਦੇ ਘਰ ਸੌਣ ਲਈ ਹੀ ਆਉਂਦਾ ਸੀ। ਸੱਚ ਤਾਂ ਇਹ ਸੀ ਕਿ ਮੈਂ ਹੁਣ ਘਰ ਆਉਣਾ ਹੀ ਨਹੀਂ ਸੀ ਚਾਹੁੰਦਾ, ਕਿਉਂਕਿ ਮੈਂ ਆਪਣੇ ਕੰਮ ਤੋਂ ਘਰ ਆਉਂਦਾ ਮੇਰੀ ਪਤਨੀ ਤਾਨੇ ਮਿਹਣਿਆਂ ਨਾਲ ਮੇਰਾ ਦਿਮਾਗ ਖਰਾਬ ਕਰ ਦਿੰਦੀ। ਸਾਡੇ ਦੋਨਾਂ ਵਿੱਚ ਪਹਿਲਾ ਵਰਗਾ ਪਿਆਰ ਬਿਲਕੁਲ ਵੀ ਨਹੀਂ ਸੀ ਰਿਹਾ। ਮੈਂ ਬਿਜ਼ੀ ਹੋਣ ਕਰਕੇ ਉਸ ਨੂੰ ਟਾਈਮ ਨਹੀਂ ਦੇ ਪਾਉਂਦਾ ਤੇ ਉਹ ਖਿਜੀ ਰਹਿੰਦੀ। ਮੈਂ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਕਿ ਤੂੰ ਬਾਹਰ ਸੁਸਾਇਟੀ ਦੀਆਂ ਔਰਤਾਂ ਨੂੰ ਦੇਖ ਕੇ ਬਦਲ ਜਾ। ਥੋੜਾ ਅੰਦਰ ਬਾਹਰ ਜਾਇਆ ਕਰ, ਸ਼ਾਪਿੰਗ ਕਰਿਆ ਕਰ ਤਾਂ ਜੋ ਤੇਰਾ ਦਿਮਾਗ ਸਹੀ ਰਹੇ। ਬਾਹਰ ਨਿਕਲ ਕੇ ਲੋਕਾਂ ਨੂੰ ਮਿਲ ਤਾਂ ਕਿ ਤੈਨੂੰ ਕੋਈ ਨੌਲੇਜ ਮਿਲੂਗੀ। ਪਰ ਨਹੀਂ, ਜਦੋਂ ਮੈਂ ਘਰੇ ਆਉਂਦਾ ਤਾਂ ਉਹ ਪੂਜਾ ਪਾਠ ਜਾਂ ਫਿਰ ਖਾਲੀ ਸੋਫੇ ਤੇ ਬੈਠੀ ਰਹਿੰਦੀ। ਮੈਂ ਉਸ ਤੋਂ ਤੰਗ ਆ ਕੇ ਘਰ ਆਉਣਾ ਹੀ ਬੰਦ ਕਰ ਦਿੱਤਾ। ਆਫਿਸ ਵਿੱਚ ਹੀ ਰਹਿੰਦਾ। ਉੱਥੇ ਬਹੁਤ ਸਾਰੀਆਂ ਲੜਕੀਆਂ ਮੇਰੀਆਂ ਫਰੈਂਡ ਬਣ ਗਈਆਂ। ਮੈਂ ਉਹਨਾਂ ਲੋਕਾਂ ਵਿੱਚ ਦਿਲਚਸਪੀ ਲੈਣ ਲੱਗਾ ਤੇ ਆਪਣੇ ਘਰ ਦਾ ਰਸਤਾ ਸਮਝੋ ਭੁੱਲ ਹੀ ਗਿਆ ਸੀ। ਕਈ ਵਾਰ ਮੇਰੇ ਪੁਰਾਣੇ ਦੋਸਤ ਕਹਿੰਦੇ ਭਾਬੀ ਨੂੰ ਵੀ ਲੈ ਆਇਆ ਕਰੋ। ਉਹਨਾਂ ਦੇ ਕਹਿਣ ਤੇ ਮੈਂ ਕਈ ਵਾਰ ਉਸ ਨੂੰ ਕਿਸੇ ਪਾਰਟੀ ਤੇ ਲੈ ਜਾਂਦਾ। ਹੁਣ ਘਰ ਤਾਂ ਮੈਨੂੰ ਜੇਲ੍ਹ ਦੀ ਤਰ੍ਹਾਂ ਲੱਗਣ ਲੱਗ ਗਿਆ ਸੀ। ਮੇਰੀ ਪਤਨੀ ਮੈਨੂੰ ਫੋਨ ਕਰਦੀ ਤੇ ਮੈਂ ਕੰਮ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੰਦਾ। ਇੱਥੇ ਇੰਨੀਆਂ ਕੁੜੀਆਂ ਮੇਰੇ ਅੱਗੇ ਪਿੱਛੇ ਕੰਮ ਕਰਦੀਆਂ, ਮੈਂ ਘਰ ਪਲਟ ਕੇ ਕਿਉਂ ਦੇਖਦਾ। ਇਸ ਰੰਗ ਬਰੰਗੀ ਦੁਨੀਆ ਵਿੱਚ ਮੈਂ ਆਪਣੀ ਪਤਨੀ ਨੂੰ ਭੁੱਲਦਾ ਜਾ ਰਿਹਾ ਸੀ। ਲੇਕਿਨ ਇੱਕ ਦਿਨ ਮੈਂ ਅਚਾਨਕ ਘਰ ਚਲਾ ਗਿਆ ਤਾਂ ਦੇਖਿਆ ਮੇਰੀ ਪਤਨੀ ਸੱਜ ਸਵਰ ਕੇ ਬੈਠੀ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਹੁਣ ਕਾਫੀ ਸਮੇਂ ਤੋਂ ਉਸਨੇ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ ਸੀ। ਉਸਨੇ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕੀਤੀ ਤੇ ਕੋਈ ਸ਼ਿਕਵਾ ਸ਼ਿਕਾਇਤ ਨਾ ਕੀਤੀ। ਜਿੰਨਾ ਚਿਰ ਮੈਂ ਉਹਦੇ ਕੋਲ ਰਿਹਾ ਉਹ ਮੇਰੇ ਨਾਲ ਪਿਆਰ ਨਾਲ ਗੱਲਾਂ ਕਰ ਰਹੀ ਸੀ। ਮੈਂ ਉਸ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਤੇ ਮੁੜ ਫੈਕਟਰੀ ਚਲਾ ਗਿਆ। ਫਿਰ ਜਿਵੇਂ ਸਮਾਂ ਗੁਜ਼ਰਦਾ ਗਿਆ ਮੈਂ ਆਪਣੀ ਪਤਨੀ ਨੂੰ ਬਦਲਦੇ ਹੋਏ ਦੇਖ ਰਿਹਾ ਸੀ। ਉਹ ਹਰ ਦਿਨ ਚੇਂਜ ਹੁੰਦੀ ਜਾ ਰਹੀ ਸੀ। ਹੁਣ ਉਹ ਬਾਹਰ ਸ਼ਾਪਿੰਗ ਕਰਨ ਵੀ ਮੇਰੇ ਤੋਂ ਬਿਨਾਂ ਹੀ ਚਲੇ ਜਾਂਦੀ। ਮੇਰੇ ਤੋਂ ਬਿਨਾਂ ਪੁੱਛੇ ਆਪਣੇ ਸਾਰੇ ਕੰਮ ਖੁਦ ਕਰਨ ਲੱਗ ਗਈ। ਘਰੋਂ ਪੈਰ ਨਾ ਪੁੱਟਣ ਵਾਲੀ ਔਰਤ ਗੱਡੀ ਚਲਾਉਣਾ ਵੀ ਸਿੱਖ ਗਈ। ਜਦੋਂ ਮੈਂ ਉਸ ਨੂੰ ਫੋਨ ਕਰਦਾ ਤਾਂ ਕਹਿੰਦੀ ਮੈਂ ਬਿਜ਼ੀ ਹਾਂ, ਥੋੜਾ ਰੁਕ ਕੇ ਫੋਨ ਕਰਦੀ ਹਾਂ। ਇਹ ਸਭ ਦੇਖ ਕੇ ਮੈਂ ਹੈਰਾਨ ਹੋ ਜਾਂਦਾ। ਜਿਹੜੀ ਔਰਤ ਮੇਰੇ ਤੋਂ ਬਿਨਾਂ ਸਾਹ ਨਹੀਂ ਸੀ ਲੈਂਦੀ, ਗੱਲ ਤੇ ਫੋਨ ਕਰਦੀ ਰਹਿੰਦੀ, ਅੱਜ ਉਹ ਕਿਵੇਂ ਮੇਰਾ ਫੋਨ ਕੱਟ ਗਈ। ਉਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਗਿਆ। ਇੱਕ ਦਿਨ ਮੈਂ ਜਾਸੂਸ ਦੇ ਤੌਰ ਤੇ ਆਪਣੇ ਘਰ ਵਿੱਚ ਨੌਕਰਾਨੀ ਰੱਖ ਲਈ ਤਾਂ ਕਿ ਉਹ ਮੈਨੂੰ ਦੱਸ ਸਕੇ ਮੇਰੀ ਪਤਨੀ ਕਿੱਥੇ ਜਾਂਦੀ ਆ, ਕੀ ਕਰਦੀ ਆ।
ਸਾਰਾ ਦਿਨ, ਕਿਉਂਕਿ ਮੈਂ ਸਬੂਤ ਇਕੱਠੇ ਕਰਨਾ ਚਾਹੁੰਦਾ ਸੀ ਤਾਂ ਕਿ ਮੈਂ ਉਸ ਤੋਂ ਤਲਾਕ ਲੈ ਸਕਾਂ। ਇਸ ਦੀ ਵਜ੍ਹਾ ਸੀ ਮੇਰੇ ਆਫਿਸ ਵਿੱਚ ਕੰਮ ਕਰਦੀ ਇੱਕ ਲੜਕੀ ਜਿਸ ਨੂੰ ਮੈਂ ਪਿਆਰ ਕਰਨ ਲੱਗ ਗਿਆ। ਹੁਣ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਬਿਲਕੁਲ ਮੇਰੇ ਟਾਈਪ ਦੀ ਲੜਕੀ ਸੀ, ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ। ਪਰ ਉਸ ਦੀ ਇੱਕ ਸ਼ਰਤ ਸੀ ਕਿ ਮੈਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦੇਵਾਂ ਤੇ ਫਿਰ ਉਹ ਮੇਰੇ ਨਾਲ ਵਿਆਹ ਕਰਵਾਏਗੀ। ਉਸ ਪਾਸੋਂ ਇਹ ਸਭ ਛੱਡ ਕੇ ਮੈਂ ਆਪਣੀ ਪਤਨੀ ਦੇ ਰਾਜ਼ ਜਾਣਨ ਲੱਗ ਗਿਆ, ਕਿਉਂਕਿ ਜਦੋਂ ਮੈਂ ਘਰ ਜਾਂਦਾ ਤਾਂ ਉਹ ਫੋਨ ਤੇ ਲੱਗੀ ਰਹਿੰਦੀ। ਮੈਨੂੰ ਲੱਗ ਰਿਹਾ ਸੀ ਕਿ ਮੇਰੀ ਪਤਨੀ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਈ ਆ। ਉਸ ਦੇ ਉੱਤੇ ਸ਼ੱਕ ਕਰਨ ਦੇ ਚੱਕਰ ਵਿੱਚ ਮੈਂ ਇਹ ਸਭ ਭੁੱਲ ਗਿਆ ਸੀ ਕਿ ਇਹ ਤਾਂ ਮੈਂ ਵੀ ਕਰ ਰਿਹਾ। ਮੈਂ ਵੀ ਤਾਂ ਕਿਸੇ ਹੋਰ ਦੇ ਨਾਲ ਵਿਆਹ ਕਰਵਾਉਣ ਬਾਰੇ ਸੋਚ ਰਿਹਾ। ਪਤਨੀ ਬਾਰੇ ਸੋਚ ਕੇ ਮੈਨੂੰ ਇੰਨੀ ਤਕਲੀਫ ਕਿਉਂ ਹੋ ਰਹੀ ਆ? ਮੇਰੀ ਪਤਨੀ ਇਹ ਸਭ ਕਰ ਰਹੀ ਹੈ, ਉਸ ਦੀ ਵਜ੍ਹਾ ਵੀ ਤਾਂ ਮੈਂ ਹਾਂ। ਮੈਂ ਉਸ ਨੂੰ ਟਾਈਮ ਨਹੀਂ ਦੇ ਰਿਹਾ ਸੀ, ਹੁਣ ਤਾਂ ਕਰਕੇ ਉਹ ਇਹ ਸਭ ਕਰ ਰਹੀ ਸੀ। ਫਿਰ ਮੈਂ ਸੋਚਦਾ ਹਾਂ ਕਿ ਇਹ ਥੋੜੀ ਆ ਜੇ ਮੈਂ ਘਰ ਨਹੀਂ ਆਉਂਦਾ ਤਾਂ ਉਹ ਇਹ ਸਭ ਕਰੇ। ਇੱਕ ਪਾਸੇ ਗੁੱਸਾ ਵੀ ਆ ਰਿਹਾ ਸੀ ਤੇ ਦੂਜੇ ਪਾਸੇ ਜਿਸ ਲੜਕੀ ਨੂੰ ਪਿਆਰ ਕਰਨ ਲੱਗਾ ਸੀ ਉਸ ਬਾਰੇ ਸੋਚ ਕੇ ਚੰਗਾ ਵੀ ਲੱਗਦਾ ਸੀ। ਮੈਂ ਦੁਵਿਧਾ ਵਿੱਚ ਫਸ ਗਿਆ ਸੀ। ਮੈਂ ਜੋ ਨੌਕਰਾਨੀ ਰੱਖੀ ਉਸ ਨੇ ਮੈਨੂੰ ਦੱਸਿਆ ਕਿ ਮੇਮ ਸਾਹਿਬ ਦਿਨੇ 3-4 ਘੰਟੇ ਬਾਹਰ ਜਾਂਦੀ ਆ ਘਰ ਤੋਂ, ਪਰ ਇਹ ਨਹੀਂ ਪਤਾ ਕਿੱਥੇ ਜਾਂਦੀ ਹੈ। ਜਦੋਂ ਘਰੇ ਆਉਂਦੀ ਹੈ ਤਾਂ ਕਮਰੇ ਵਿੱਚ ਕੁੰਡੀ ਲਾ ਲੈਂਦੀ ਹੈ। ਇੱਕ ਦਿਨ ਮੈਂ ਸੋਚਿਆ ਕਿ ਕੱਲ ਨੂੰ ਮੈਂ ਉਸ ਦਾ ਪਿੱਛਾ ਕਰੂੰ, ਉਹ ਕਿੱਥੇ ਜਾਂਦੀ ਆ। ਦੂਜੇ ਦਿਨ ਜਦੋਂ ਉਹ ਘਰ ਤੋਂ ਨਿਕਲੀ ਮੈਂ ਵੀ ਉਸ ਦੇ ਪਿੱਛੇ ਗੱਡੀ ਲੈ ਕੇ ਤੁਰ ਪਿਆ। ਉਹ ਗੱਡੀ ਦੇ ਅੱਗੇ ਜਾ ਰਹੀ ਸੀ। ਥੋੜੀ ਦੂਰ ਜਾ ਕੇ ਟ੍ਰੈਫਿਕ ਆ ਗਿਆ ਤੇ ਮੈਨੂੰ ਪਤਾ ਹੀ ਨਾ ਲੱਗਾ ਉਹ ਕਿੱਧਰ ਚਲੇ ਗਈ। ਮੈਂ ਵਾਪਸ ਘਰ ਮੋੜ ਆਇਆ ਤੇ ਘਰੇ ਬੈਠ ਗਿਆ। ਕਈ ਘੰਟਿਆਂ ਬਾਅਦ ਜਦੋਂ ਉਹ ਵਾਪਸ ਆਈ ਤਾਂ ਮੈਂ ਪੁੱਛਿਆ, ਅੱਜ ਜਨਾਬ ਕਿੱਧਰੋਂ ਆਏ? ਉਹ ਮੁਸਕਰਾ ਕੇ ਕਮਰੇ ਵਿੱਚ ਚਲੇ ਗਈ ਤੇ ਕਮਰੇ ਨੂੰ ਕੁੰਡੀ ਲਗਾ ਲਈ। ਮੈਂ ਗੇਟ ਖੜਕਾਇਆ ਤਾਂ ਉਸਨੇ ਅੰਦਰੋਂ ਆਵਾਜ਼ ਦਿੱਤੀ ਕਿ ਤੁਸੀਂ ਬਾਹਰ ਡਰਾਇੰਗ ਰੂਮ ਵਿੱਚ ਬੈਠ ਜਾਓ। ਮੈਨੂੰ ਕੰਮ ਆ। ਮੈਂ ਚੁੱਪਚਾਪ ਜਾ ਕੇ ਡਰਾਇੰਗ ਰੂਮ ਵਿੱਚ ਬੈਠ ਗਿਆ ਤੇ ਮੇਰੇ ਅੰਦਰ ਉਬਾਲ ਉੱਠ ਰਹੇ ਸੀ, ਇਹ ਕੀ ਹੋ ਰਿਹਾ ਹੈ। ਇੱਕ ਦਿਨ ਉਹ ਮੇਰੇ ਸਾਹਮਣੇ ਬੈਠੀ ਤੇ ਉਸ ਦੇ ਫੋਨ ਤੇ ਫੋਨ ਆਇਆ। ਮੈਂ ਕਿਹਾ ਫੋਨ ਸਪੀਕਰ ਤੇ ਲਾ। ਹੁਣ ਜਦੋਂ ਫੋਨ ਸਪੀਕਰ ਤੇ ਲਾਇਆ ਤਾਂ ਇੱਕ ਆਦਮੀ ਦੀ ਆਵਾਜ਼ ਆਈ। ਉਸ ਨੇ ਕਿਹਾ, ਤੁਸੀਂ ਹੁਣੇ ਇੱਥੇ ਆਓ, ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ। ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਮੈਂ ਕਿਹਾ ਇਹ ਕੌਣ ਸੀ ਤਾਂ ਉਸਨੇ ਕੁਝ ਨਹੀਂ ਦੱਸਿਆ ਤੇ ਕਿਹਾ, ਚਲੋ ਅੱਜ ਤੁਸੀਂ ਮੇਰੇ ਨਾਲ ਹੀ ਚਲੋ। ਮੈਂ ਹੈਰਾਨ ਸੀ ਕਿ ਉਸਨੇ ਮੈਨੂੰ ਇਹ ਕਿਉਂ ਕਿਹਾ ਕਿ ਤੁਸੀਂ ਨਾਲ ਚਲੋ। ਅਸੀਂ ਦੋਨੋਂ ਗੱਡੀ ਵਿੱਚ ਬੈਠ ਕੇ ਇੱਕ ਸਰਕਾਰੀ ਆਫਿਸ ਵਿੱਚ ਚਲੇ ਗਏ। ਉੱਥੇ ਜਾ ਕੇ ਮੈਂ ਜੋ ਮਾਹੌਲ ਦੇਖਿਆ ਤਾਂ ਹੱਕਾ ਬੱਕਾ ਰਹਿ ਗਿਆ। ਸਾਡੇ ਤੇ ਪੁਲਿਸ ਮੁਲਾਜ਼ਮਾਂ ਨੇ ਫੁੱਲਾਂ ਦੀ ਵਰਖਾ ਕੀਤੀ। ਮੇਰੀ ਪਤਨੀ ਨੂੰ ਪੁਲਿਸ ਮੁਲਾਜ਼ਮਾਂ ਨੇ ਵਧਾਈ ਦਿੰਦੇ ਹੋਏ ਕਿਹਾ, ਤੁਸੀਂ IPS ਦਾ ਟੈਸਟ ਪਾਰ ਕਰ ਗਏ ਹੋ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਹੁਣ ਕੀ ਬੋਲਾਂ। ਮੈਂ ਥੋੜਾ ਝਿਜਕ ਕੇ ਆਪਣੀ ਪਤਨੀ ਨੂੰ ਪੁੱਛਿਆ, ਇਹ ਕਿਵੇਂ ਤੇ ਕਦੋਂ ਹੋਇਆ? ਤਾਂ ਉਸ ਨੇ ਕਿਹਾ, ਜਦੋਂ ਤੁਸੀਂ ਮੈਨੂੰ ਕਿਹਾ ਸੀ ਥੋੜਾ ਬਾਹਰ ਜਾਇਆ ਕਰ ਤਾਂ ਮੈਂ ਸ਼ਾਮ ਨੂੰ ਪਾਰਕ ਅੰਦਰ ਚਲੇ ਜਾਂਦੀ ਸੀ। ਇੱਥੇ ਮੇਰੀ ਦੋਸਤੀ ਇੱਕ ਪੁਲਿਸ ਅਫਸਰ ਨਾਲ ਹੋਈ। ਉਸਨੇ ਮੇਰੇ ਬਾਰੇ ਸਾਰਾ ਕੁਝ ਪੁੱਛਿਆ। ਫਿਰ ਉਸ ਨੇ ਮੈਨੂੰ ਕਿਹਾ, ਤੂੰ IPS ਦਾ ਟੈਸਟ ਕਿਉਂ ਨਹੀਂ ਦੇ ਦਿੰਦੀ? ਤੂੰ ਇੰਨੀ ਹੁਸ਼ਿਆਰ ਆ, ਨਾਲੇ ਤੇਰੀ ਉਮਰ ਵੀ ਬਹੁਤ ਥੋੜੀ ਆ ਹਜੇ। ਪਹਿਲਾਂ ਤਾਂ ਮੈਂ ਇਸ ਬਾਰੇ ਸੋਚਿਆ, ਫਿਰ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਮੈਂ ਇਸ ਟੈਸਟ ਦੀ ਤਿਆਰੀ ਕਿਵੇਂ ਕਰਾਂ। ਉਹਨਾਂ ਨੇ ਮੈਨੂੰ ਆਪਣੇ ਇੱਕ IPS ਦੋਸਤ ਨਾਲ ਮਿਲਵਾਇਆ ਤੇ ਕਿਹਾ, ਜੋ ਕੁਝ ਵੀ ਸਿੱਖਣਾ ਇਹਨਾਂ ਤੋਂ ਸਿੱਖ ਲੈ। ਫਿਰ ਮੈਂ ਸੋਚਿਆ ਘਰੇ ਬੈਠਣ ਨਾਲੋਂ ਚੰਗਾ ਕੁਝ ਸਿੱਖ ਲਵਾਂ। ਫਿਰ ਮੈਂ ਦਿਨ ਰਾਤ ਪੜ੍ਹਨ ਵਿੱਚ ਇੱਕ ਕਰ ਦਿੱਤੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਹੁਣ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ। ਮੈਂ ਇੰਨੀ ਹੁਸ਼ਿਆਰ ਪਤਨੀ ਛੱਡ ਕੇ ਕਿਹੜੇ ਪਾਸੇ ਲੱਗ ਚੁੱਕਾ ਸੀ। ਇੰਨੀ ਚੰਗੀ ਪਤਨੀ ਬਾਰੇ ਮੈਂ ਕੀ ਕੁਝ ਗੰਦਾ ਸੋਚ ਰਿਹਾ ਸੀ। ਅਖੀਰ ਵਿੱਚ ਦੋਸਤੋ, ਮੈਂ ਇਹੀ ਕਹਿਣਾ ਚਾਹਾਂਗਾ ਕਿ ਕਿਸੇ ਆਪਣੇ ਤੇ ਐਵੇਂ ਸ਼ੱਕ ਨਹੀਂ ਕਰਨਾ ਚਾਹੀਦਾ ਤੇ ਰਿਸ਼ਤਿਆਂ ਨੂੰ ਟਾਈਮ ਵੀ ਦੇਣਾ ਚਾਹੀਦਾ ਹੈ, ਨਾ ਕਿ ਸਿਰਫ ਪੈਸੇ ਤੇ ਆਪਣੇ ਐਸ਼ੋ ਆਰਾਮ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੋ ਦੋਸਤੋ, ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।